ਸਾਡਾ ਇੱਕ ਛੋਟਾ ਜਿਹਾ ਪਿੰਡ ਸੀ ਜੋ ਸ਼ਹਿਰ ਤੋਂ ਕਾਫੀ ਦੂਰ ਸੀ। ਉੱਥੇ ਇੱਕ ਅਜਿਹੀ ਰਸਮ ਕੀਤੀ ਜਾਂਦੀ ਸੀ ਜਿਸ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਸੀ। ਖੂਹ ਕੋਲ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ। ਉਸ ਵਿੱਚ ਪੂਰਾ ਹਨੇਰਾ ਸੀ। ਇੱਕ ਮੰਜਾ ਸੀ ਜਿਸ 'ਤੇ ਪਈ ਮੈਂ ਰੋ ਰਹੀ ਸੀ। ਨਾ ਜਾਣੇ ਇਹ ਕਿਹੋ ਜਿਹੀ ਰਸਮ ਸੀ। ਕੁੜੀਆਂ 'ਤੇ ਇੱਕ ਅਜੀਬ ਕਿਸਮ ਦਾ ਜ਼ੁਲਮ ਸੀ। ਸਾਰੀਆਂ ਕੁਆਰੀਆਂ ਕੁੜੀਆਂ ਨੂੰ ਇਹ ਪ੍ਰੀਖਿਆ ਦੇਣੀ ਪੈਂਦੀ ਸੀ। ਪਰ ਕਿਉਂ? ਪਿੰਡ ਵਿੱਚ ਜਦੋਂ ਵੀ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਇਹ ਦੇਖਣ ਲਈ ਕਿ ਉਹ ਕੁੜੀ ਪਵਿੱਤਰ ਹੈ, ਇਹ ਰਸਮ ਕੀਤੀ ਜਾਂਦੀ ਸੀ। ਕੁੜੀ ਨੂੰ ਖੂਹ ਕੋਲ ਲਿਜਾਇਆ ਜਾਂਦਾ। ਕੁੜੀ ਨੂੰ ਖੂਹ ਵਿੱਚੋਂ ਪਾਣੀ ਬਾਹਰ ਕੱਢਣ ਲਈ ਕਿਹਾ ਜਾਂਦਾ। ਜੇ ਪਾਣੀ ਸਾਫ਼ ਨਿਕਲਦਾ ਤਾਂ ਕੁੜੀ ਨੂੰ ਪਵਿੱਤਰ ਸਮਝਿਆ ਜਾਂਦਾ, ਪਰ ਜੇ ਪਾਣੀ ਗੰਦਾ ਨਿਕਲਦਾ ਤਾਂ ਸਮਝਿਆ ਜਾਂਦਾ ਕਿ ਉਹ ਕੁੜੀ ਬਦ ਚੱਲਣ ਹੈ ਅਤੇ ਉਸ ਕੁੜੀ ਨੂੰ 7 ਦਿਨ ਲਈ ਖੂਹ ਕੋਲ ਬਣੇ ਕਮਰੇ ਵਿੱਚ ਗੁਜ਼ਾਰਨੇ ਪੈਂਦੇ ਸਨ। ਮੈਂ ਬਚਪਨ ਤੋਂ ਹੀ ਇਹ ਰਸਮ ਦੇਖ ਰਹੀ ਸੀ। ਜਦੋਂ ਮੈਂ ਛੋਟੀ ਸੀ ਤਾਂ ਮੇਰੇ ਚਾਚੇ ਦੀ ਕੁੜੀ ਦਾ ਵਿਆਹ ਤੈਅ ਕੀਤਾ ਗਿਆ। ਉਸ ਕੋਲੋਂ ਵੀ ਇਹ ਰਸਮ ਕਰਵਾਈ ਗਈ। ਜਦੋਂ ਉਸਨੇ ਪਾਣੀ ਕੱਢਿਆ ਤਾਂ ਉਹ ਗੰਦਾ ਸੀ। ਰਸਮ ਦੇ ਮੁਤਾਬਕ ਉਸਨੂੰ ਉਸ ਹਨੇਰੇ ਕਮਰੇ ਵਿੱਚ 1 ਹਫ਼ਤਾ ਰਹਿਣਾ ਪਿਆ। ਕਮਰੇ ਨੂੰ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਅਤੇ ਕੁਝ ਖਾਣ ਲਈ ਫਲ ਰੱਖ ਦਿੱਤੇ ਜਾਂਦੇ। ਇੱਕ ਭਗਵਾਨ ਦੀ ਮੂਰਤੀ ਰੱਖੀ ਜਾਂਦੀ ਤਾਂ ਜੋ ਕੁੜੀ 7 ਦਿਨ ਆਪਣੇ ਪਾਪ ਦੀ ਮਾਫ਼ੀ ਰੱਬ ਤੋਂ ਮੰਗਦੀ ਰਹੇ। ਜਦੋਂ 7 ਦਿਨ ਬਾਅਦ ਮੇਰੀ ਭੈਣ ਕਮਰੇ ਵਿੱਚੋਂ ਬਾਹਰ ਆਈ ਤਾਂ ਉਸਦਾ ਰੰਗ ਪੀਲਾ ਪੈ ਚੁੱਕਿਆ ਸੀ। ਉਹ ਠੀਕ ਨਾਲ ਚੱਲ ਵੀ ਨਹੀਂ ਪਾ ਰਹੀ ਸੀ, ਪਰ ਉਹ ਬਿਲਕੁਲ ਚੁੱਪ ਸੀ। ਉਸ ਕੋਲੋਂ ਦੁਬਾਰਾ ਪਾਣੀ ਭਰਵਾਇਆ ਗਿਆ ਅਤੇ ਇਸ ਵਾਰ ਪਾਣੀ ਸਾਫ਼ ਸੀ। ਫਿਰ ਮੇਰੀ ਭੈਣ ਦਾ ਵਿਆਹ ਰੱਖ ਦਿੱਤਾ ਗਿਆ, ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਸਦੀ ਮੌਤ ਹੋ ਗਈ। ਮਰਨ ਸਮੇਂ ਉਸਦਾ ਚਿਹਰਾ ਨੀਲਾ ਪੈ ਗਿਆ ਸੀ। ਸਭ ਕਹਿ ਰਹੇ ਸਨ ਕਿ ਉਸਨੇ ਜ਼ਹਿਰ ਖਾ ਲਈ ਹੈ। ਮੇਰਾ ਭੈਣ ਨਾਲ ਬਹੁਤ ਪਿਆਰ ਸੀ। ਮੈਂ ਬਹੁਤ ਰੋਈ ਅਤੇ ਅੱਜ ਮੇਰੇ ਨਾਲ ਇਹ ਸਭ ਹੋ ਰਿਹਾ ਸੀ। ਮੈਂ ਵੀ ਖੂਹ ਵਿੱਚੋਂ ਪਾਣੀ ਬਾਹਰ ਕੱਢਿਆ ਤਾਂ ਉਹ ਗੰਦਾ ਸੀ, ਪਰ ਮੈਨੂੰ ਨਹੀਂ ਪਤਾ ਕਿ ਪਾਣੀ ਗੰਦਾ ਕਿਉਂ ਸੀ, ਕਿਉਂਕਿ ਮੈਂ ਤਾਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਪਵਿੱਤਰ ਹਾਂ। ਮੈਂ ਕੋਈ ਅਜਿਹਾ ਕੰਮ ਨਹੀਂ ਕੀਤਾ। ਫਿਰ ਵੀ ਪਾਣੀ ਗੰਦਾ ਕਿਉਂ ਸੀ? ਮੈਨੂੰ ਵੀ ਹਫ਼ਤੇ ਲਈ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੂਰਾ ਕਮਰਾ ਬੰਦ ਸੀ। ਆਸ-ਪਾਸ ਸੁੰਨਸਾਨ ਜੰਗਲ ਸੀ। ਮੈਨੂੰ ਡਰ ਸੀ ਕਿਤੇ ਕੋਈ ਜੰਗਲੀ ਜਾਨਵਰ ਨਾ ਆ ਜਾਵੇ। ਮੈਂ ਮੰਜੇ 'ਤੇ ਬੈਠ ਗਈ। ਫਿਰ ਮੇਰੀ ਭੈਣ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਿਆ, ਜੋ ਕਿ ਬਹੁਤ ਸੋਹਣੀ ਸੀ। ਉਸ ਕਮਰੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ। ਮੇਰੇ ਕੋਲ ਖਾਣ ਲਈ ਫਲ ਹੀ ਸਨ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਹਾਲ ਵੀ ਮੇਰੀ ਭੈਣ ਵਰਗਾ ਹੀ ਹੋਵੇਗਾ। ਮੈਂ ਬੇਬਸ ਹੋ ਕੇ ਮੰਜੀ 'ਤੇ ਬੈਠ ਗਈ। ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਬਾਹਰ ਹੋਵੇ। ਪੈਰਾਂ ਦੀ ਆਹਟ ਸੁਣਾਈ ਦਿੱਤੀ। ਮੇਰੀ ਤਾਂ ਡਰ ਦੇ ਮਾਰੇ ਜਾਨ ਹੀ ਨਿਕਲ ਗਈ ਸੀ। ਮੈਂ ਰੱਬ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਦਰਵਾਜ਼ੇ ਦੀ ਵਿਰਲ ਵਿੱਚ ਦੀ ਦੇਖਿਆ ਜਿਵੇਂ ਕਿ ਕੋਈ ਆਦਮੀ ਬਾਹਰ ਹੋਵੇ। ਉਸ ਆਦਮੀ ਨੂੰ ਦੇਖ ਕੇ ਮੇਰੀ ਤਾਂ ਹਾਲਤ ਖਰਾਬ ਹੋ ਗਈ। ਸਾਡਾ ਪਰਿਵਾਰ ਮਿਡਲ ਕਲਾਸ ਸੀ ਅਤੇ ਖੇਤੀ ਦਾ ਕੰਮ ਕਰਦਾ ਸੀ। ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ। ਮੈਂ 12ਵੀਂ ਤੱਕ ਪੜ੍ਹਾਈ ਕੀਤੀ ਸੀ, ਪਰ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ। ਘਰਦਿਆਂ ਨੂੰ ਮਸਾਂ ਮਨਾਇਆ ਸੀ ਪੜ੍ਹਾਈ ਲਈ, ਪਰ ਪਾਪਾ ਨੇ ਸ਼ਰਤ ਰੱਖੀ ਕਿ ਮੈਂ ਵਿਆਹ ਉੱਥੇ ਕਰਵਾਵਾਂਗੀ ਜਿੱਥੇ ਉਹ ਕਹਿਣਗੇ। ਮੈਂ ਉਹਨਾਂ ਦੀ ਸ਼ਰਤ ਮੰਨ ਲਈ। ਮੈਂ ਹੋਸਟਲ ਵਿੱਚ ਰਹਿਣ ਲੱਗੀ। ਥੋੜ੍ਹੇ ਦਿਨਾਂ ਬਾਅਦ ਪਿੰਡ ਗੇੜਾ ਮਾਰ ਜਾਂਦੀ ਸੀ। ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆਈ ਤਾਂ ਪਾਪਾ ਨੇ ਜਲਦੀ ਹੀ ਮੇਰਾ ਵਿਆਹ ਰੱਖ ਦਿੱਤਾ। ਮੈਂ ਵੀ ਪਾਪਾ ਨਾਲ ਕੀਤੇ ਵਾਅਦੇ ਅਨੁਸਾਰ ਬਿਨਾਂ ਕਿਸੇ ਸਵਾਲ ਦੇ ਹਾਂ ਕਰ ਦਿੱਤੀ ਸੀ। ਇੱਕ ਦਿਨ ਮੇਰੀ ਮਾਂ ਮੇਰੇ ਕਮਰੇ ਵਿੱਚ ਆ ਕੇ ਕਹਿਣ ਲੱਗੀ ਕਿ ਖੂਹ ਵਾਲੀ ਤੇਰੀ ਵੀ ਪ੍ਰੀਖਿਆ ਹੋਵੇਗੀ ਤੇ 19 ਸਾਲ ਘਰੋਂ ਬਾਹਰ ਰਹੀ ਹੈ, ਕਿਤੇ ਕੋਈ ਅਜਿਹਾ ਕੰਮ ਤਾਂ ਨਹੀਂ ਕੀਤਾ ਜਿਸ ਨਾਲ ਕੱਲ੍ਹ ਸਾਡਾ ਸਿਰ ਨੀਵਾਂ ਹੋ ਜਾਵੇ। ਮੈਂ ਆਪਣੀ ਮਾਂ ਨੂੰ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਇੰਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਖੂਹ ਦੇ ਪਾਣੀ ਨਾਲ ਕਿਸੇ ਦੀ ਪਵਿੱਤਰਤਾ ਦਾ ਕਿਵੇਂ ਪਤਾ ਲੱਗ ਸਕਦਾ ਹੈ। ਖੈਰ, ਮੈਨੂੰ ਤਾਂ ਕੋਈ ਡਰ ਨਹੀਂ ਸੀ ਕਿਉਂਕਿ ਮੈਂ ਤਾਂ ਪਵਿੱਤਰ ਸੀ, ਪਰ ਉਦੋਂ ਮੇਰੇ ਹੋਸ਼ ਉੱਡ ਗਏ ਜਦੋਂ ਖੂਹ ਦੇ ਗੰਦੇ ਪਾਣੀ ਨੇ ਮੈਨੂੰ ਬਦਚਲਨ ਸਾਬਿਤ ਕਰ ਦਿੱਤਾ। ਮੈਂ ਬਹੁਤ ਕਿਹਾ ਕਿ ਇਹ ਸਭ ਝੂਠ ਹੈ। ਮੈਂ ਕਿਹਾ ਕਿ ਮੇਰਾ ਮੈਡੀਕਲ ਚੈੱਕਅਪ ਕਰਵਾ ਲਵੋ। ਇਸ ਬੇਹੂਦਾ ਰਸਮ ਨੂੰ ਮੰਨਣਾ ਛੱਡ ਦਿਓ, ਪਰ ਮੇਰੀ ਗੱਲ ਕਿਸੇ ਨੇ ਨਹੀਂ ਸੁਣੀ। ਮੇਰਾ ਮਾਂ ਪਿਓ ਬਹੁਤ ਸ਼ਰਮਿੰਦਾ ਹੋ ਗਿਆ। ਮੈਂ ਰੋਂਦੀ ਰਹੀ, ਪਰ ਮੈਨੂੰ ਵੀ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪਰ ਰਾਤ ਨੂੰ ਜਦੋਂ ਮੈਂ ਗੇਟ ਦੀ ਵਿਰਲ ਵਿੱਚ ਦੀ ਦੇਖਿਆ ਕਿ ਕੋਈ ਆਦਮੀ ਹੈ ਤਾਂ ਮੈਂ ਬਹੁਤ ਡਰ ਗਈ ਸੀ। ਜਿਵੇਂ-ਜਿਵੇਂ ਉਹ ਬਾਹਰ ਤਾਲਾ ਖੋਲ੍ਹ ਰਿਹਾ ਸੀ, ਮੇਰੇ ਸਾਹ ਸੁੱਕ ਰਹੇ ਸਨ। ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਆਇਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਇਹ ਤਾਂ ਸਾਡੇ ਪਿੰਡ ਦਾ ਸਰਪੰਚ ਸੀ, ਜੋ ਕਿ ਬਹੁਤ ਨਰਮ ਦਿਲ ਇਨਸਾਨ ਸੀ। ਪਿੰਡ ਵਾਲਿਆਂ ਦੀ ਹਮੇਸ਼ਾ ਮਦਦ ਕਰਦਾ ਸੀ। ਕਿਸੇ ਦੀ ਧੀ ਦਾ ਵਿਆਹ ਹੁੰਦਾ ਤਾਂ ਉਹ ਪੂਰੀ ਮਦਦ ਕਰਦਾ। ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਸਰਪੰਚ ਦੀ ਕੁੜੀ ਮੇਰੇ ਨਾਲ ਹੀ ਪੜ੍ਹਦੀ ਸੀ, ਇਸ ਲਈ ਮੈਂ ਕਦੇ-ਕਦੇ ਉਸ ਦੇ ਘਰ ਜਾਇਆ ਕਰਦੀ ਸੀ। ਸਰਪੰਚ ਨੂੰ ਦੇਖ ਕੇ ਮੇਰਾ ਡਰ ਥੋੜ੍ਹਾ ਘੱਟ ਹੋਇਆ, ਪਰ ਮਨ ਵਿੱਚ ਸਵਾਲ ਸੀ ਕਿ ਉਹ ਇੱਥੇ ਕੀ ਕਰਨ ਆਇਆ ਹੈ। ਉਹ ਅੰਦਰ ਆ ਕੇ ਮੇਰੇ ਮੰਜੇ 'ਤੇ ਬੈਠ ਗਿਆ ਅਤੇ ਮੈਨੂੰ ਕਹਿਣ ਲੱਗਿਆ ਕਿ ਡਰ ਨਾ, ਮੈਨੂੰ ਪਤਾ ਹੈ ਕਿ ਤੂੰ ਕੋਈ ਗਲਤ ਕੰਮ ਨਹੀਂ ਕੀਤਾ, ਪਰ ਹੁਣ ਤੇਰੇ ਨਾਲ ਕੁਝ ਅਜਿਹਾ ਹੀ ਹੋਣ ਵਾਲਾ ਹੈ। ਉਸ ਦਾ ਇਹ ਰੂਪ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
ਕਿ ਉਹੀ ਸਰਪੰਚ ਹੈ ਜੋ ਸਭ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਕਹਿੰਦਾ ਹੈ। ਉਸਨੇ ਮੈਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕੀਤਾ ਤਾਂ ਮੈਂ ਉੱਠ ਕੇ ਖੜੀ ਹੋ ਗਈ। ਉਹ ਕਹਿਣ ਲੱਗਿਆ, ਡਰ ਨਾ, ਜੇ ਤੂੰ ਮੇਰੀ ਗੱਲ ਮੰਨ ਲਈ ਤਾਂ ਇਸ ਵਾਰ ਖੂਹ ਦਾ ਪਾਣੀ ਸਾਫ਼ ਨਿਕਲੇਗਾ ਤੇ ਸਾਰੇ ਤੈਨੂੰ ਪਵਿੱਤਰ ਸਮਝਣਗੇ। ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਮੇਰੀ ਚਾਚੇ ਦੀ ਕੁੜੀ ਨਾਲ ਵੀ ਇਹੀ ਸਭ ਹੋਇਆ ਸੀ, ਇਸ ਕਰਕੇ ਉਸਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਉਹ ਵੀ ਮੇਰੇ ਵਾਂਗ ਹੀ ਬਹੁਤ ਸੋਹਣੀ ਸੀ। ਮੈਂ ਤਾਂ ਸਰਪੰਚ ਨੂੰ ਪਿਤਾ ਸਮਾਨ ਸਮਝਦੀ ਸੀ। ਇਹ ਸਾਰਾ ਖੇਡ ਉਸਦਾ ਹੀ ਰਚਿਆ ਹੋਇਆ ਸੀ। ਭੋਲੇ ਭਾਲੇ ਪਿੰਡ ਦੇ ਲੋਕਾਂ ਨੂੰ ਉਹ ਬੇਵਕੂਫ ਬਣਾਉਂਦਾ ਸੀ। ਉਹ ਹਮਦਰਦ ਬਣ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਤਾਂ ਜੋ ਉਹਨਾਂ ਦੀਆਂ ਕੁੜੀਆਂ ਨੂੰ ਦੇਖ ਸਕੇ ਤੇ ਫਿਰ ਇਸ ਖੂਹ ਦੇ ਪਾਣੀ ਨਾਲ ਉਹਨਾਂ ਨੂੰ ਗਲਤ ਸਾਬਿਤ ਕਰਕੇ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਸੀ। ਸਭ ਕੁਝ ਮੇਰੇ ਸਾਹਮਣੇ ਸੀ, ਪਰ ਮੈਂ ਵੀ ਪਿੰਡ ਦੀਆਂ ਹੋਰ ਕੁੜੀਆਂ ਵਾਂਗ ਅੱਜ ਉਸੇ ਜਗ੍ਹਾ 'ਤੇ ਸੀ। ਹੁਣ ਜਾਂ ਤਾਂ ਮੈਂ ਸਮਝੌਤਾ ਕਰ ਸਕਦੀ ਸੀ ਜਾਂ ਫਿਰ ਉੱਥੋਂ ਕਿਸੇ ਤਰ੍ਹਾਂ ਬਚ ਕੇ ਨਿਕਲ ਸਕਦੀ ਸੀ ਤੇ ਸਰਪੰਚ ਦਾ ਸੱਚ ਸਭ ਦੇ ਸਾਹਮਣੇ ਲਿਆ ਸਕਦੀ ਸੀ। ਮੇਰੇ ਦਿਮਾਗ ਵਿੱਚ ਇਹ ਸਭ ਚੱਲ ਹੀ ਰਿਹਾ ਸੀ ਕਿ ਸਰਪੰਚ ਨੇ ਮੈਨੂੰ ਜਿਵੇਂ ਹੀ ਹੱਥ ਲਾਇਆ, ਮੈਂ ਉਸਨੂੰ ਆਪਣੇ ਪੂਰੇ ਜ਼ੋਰ ਨਾਲ ਧੱਕਾ ਦੇ ਕੇ ਮੰਜੇ 'ਤੇ ਸੁੱਟ ਦਿੱਤਾ। ਮੰਜਾ ਵੀ ਪੁਰਾਣਾ ਸੀ। ਜਦੋਂ ਸਰਪੰਚ ਉਸ 'ਤੇ ਇੱਕਦਮ ਡਿੱਗਿਆ ਤਾਂ ਮੰਜਾ ਟੁੱਟ ਗਿਆ। ਇਸ ਤੋਂ ਪਹਿਲਾਂ ਕਿ ਸਰਪੰਚ ਦੁਬਾਰਾ ਉੱਠ ਕੇ ਕੋਈ ਹਰਕਤ ਕਰਦਾ, ਮੈਂ ਕਮਰੇ ਵਿੱਚੋਂ ਬਾਹਰ ਨਿਕਲ ਕੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਸਰਪੰਚ ਬਾਹਰ ਨਿਕਲਦਾ, ਮੈਂ ਪੁਲਿਸ ਸਟੇਸ਼ਨ ਜਾਣ ਬਾਰੇ ਸੋਚਿਆ। ਮੈਂ ਕਿਸੇ ਤਰ੍ਹਾਂ ਪੁਲਿਸ ਸਟੇਸ਼ਨ ਪਹੁੰਚੀ ਤੇ ਸਾਰੀ ਗੱਲ ਦੱਸੀ। ਪੁਲਿਸ ਵਾਲਾ ਸਾਡੇ ਨੇੜੇ ਦੇ ਪਿੰਡ ਦਾ ਸੀ। ਉਹ ਸਰਪੰਚ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਇਸ ਦੇ ਚਰਿੱਤਰ ਤੋਂ ਪਹਿਲਾਂ ਹੀ ਵਾਕਿਫ ਸੀ। ਫਿਰ ਉਸਨੇ ਦੱਸਿਆ ਕਿ ਸਰਪੰਚ ਨੇ ਉਸਦੀ ਮਾਂ ਦੀ ਇੱਜ਼ਤ ਨਾਲ ਵੀ ਖਿਲਵਾੜ ਕੀਤਾ ਸੀ। ਮੈਂ ਉਦੋਂ ਛੋਟਾ ਸੀ, ਇਸ ਲਈ ਕੁਝ ਨਹੀਂ ਕਰ ਸਕਿਆ। ਮੇਰੀ ਮਾਂ ਸਰਪੰਚ ਦੇ ਘਰ ਕੰਮ ਕਰਨ ਜਾਂਦੀ ਸੀ। ਪੁਲਿਸ ਵਿੱਚ ਆਉਣ ਤੋਂ ਬਾਅਦ ਮੈਂ ਉਸਦੇ ਖਿਲਾਫ ਸਬੂਤ ਇਕੱਠੇ ਕਰ ਰਿਹਾ ਸੀ ਤਾਂ ਕਿ ਮੈਂ ਉਸਨੂੰ ਉਸਦੇ ਕੀਤੇ ਦੀ ਸਜ਼ਾ ਦੇ ਸਕਾਂ। ਉਸਨੇ ਮੈਨੂੰ ਕਿਹਾ ਕਿ ਜੇ ਤੂੰ ਆਪਣੀ ਗਵਾਹੀ ਤੋਂ ਨਹੀਂ ਮੁੱਕਰਦੀ ਤਾਂ ਮੈਂ ਸਰਪੰਚ ਦੇ ਖਿਲਾਫ ਕੇਸ ਦਰਜ ਕਰ ਦਿੰਦਾ ਹਾਂ। ਮੈਂ ਕਿਹਾ ਮੈਂ ਹਰ ਹਾਲਤ ਵਿੱਚ ਉਸਨੂੰ ਉਸਦੇ ਕੀਤੇ ਦੀ ਸਜ਼ਾ ਦਿਵਾਉਣੀ ਹੈ ਤੇ ਫਿਰ ਉਹ ਮੇਰੇ ਨਾਲ ਪਿੰਡ ਵਾਲਿਆਂ ਨੂੰ ਲੈ ਕੇ ਉਸ ਕਮਰੇ ਤੱਕ ਪਹੁੰਚਿਆ ਤੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਸੱਚ ਸਾਰਿਆਂ ਦੇ ਸਾਹਮਣੇ ਕਮਰੇ ਤੇ ਖੂਹ ਦੇ ਪਾਣੀ ਦਾ ਰਾਜ਼ ਖੁੱਲ੍ਹ ਗਿਆ ਸੀ। ਮੈਂ ਆਜ਼ਾਦ ਸੀ। ਮੈਂ ਆਪਣੇ ਪਿਤਾ ਦੇ ਘਰ ਸੀ। ਮੈਂ ਹਿੰਮਤ ਨਹੀਂ ਹਾਰੀ, ਖੁਦ ਨੂੰ ਹਾਲਾਤ ਦਾ ਸ਼ਿਕਾਰ ਨਹੀਂ ਹੋਣ ਦਿੱਤਾ। ਆਪਣੀ ਇੱਜ਼ਤ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਸਭ ਕੀਤਾ ਜੋ ਮੈਥੋਂ ਹੋ ਸਕਿਆ। ਇਸ ਲਈ ਰੱਬ ਨੇ ਵੀ ਮੇਰੀ ਮਦਦ ਕੀਤੀ। ਮੈਂ ਇਸ ਗੱਲ 'ਤੇ ਖੁਸ਼ ਸੀ ਕਿ ਹੁਣ ਪਿੰਡ ਦੀਆਂ ਕੁੜੀਆਂ ਦੀ ਇੱਜ਼ਤ 'ਤੇ ਕੋਈ ਆਂਚ ਨਹੀਂ ਆਵੇਗੀ। ਉਹ ਸੁਰੱਖਿਅਤ ਸਨ। ਮੇਰੇ ਪਾਪਾ ਨੂੰ ਵੀ ਮੇਰੇ 'ਤੇ ਮਾਣ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।